किताब विपरण की रीत तो सच दा मार्ग भाग तीजा। लेखक सरदार गुरबख्श सिंह काला अफगाना। पंजवें कांड का 6वां भाग धर्म कर्म। वाहिगुरू जी का खालसा वाहिगुरू जी की फतेह। किसी सुख की प्राप्ति लई दुख तो छुटकारे लई कई प्रकार के पदार्थों की प्राप्ति लई मरण उपरंत सचखंड निवासी होने लई ਜਾਂ मरे होए संबंधी ਨੂੰ सचखंड ਵਿੱਚ ਨਿਵਾਸ ਕਰਵਾ ਦੇਣ ਲਈ ਨਰਕਾਂ ਤੋਂ ਬਚ ਕੇ ਸੁਰਗਾਂ ਵਿੱਚ ਥਾਂ ਮੱਲ ਲੈਣ ਲਈ ਜਾਂ ਕਿਸੇ ਵੀ ਲਾਲਸਾ ਅਧੀਨ ਲੋਕ ਵਿਖਾਵੇ ਵਾਲੇ ਕਿਸੇ ਪ੍ਰਕਾਰ ਦੇ ਧਰਮ ਕਰਮ ਕਰਨੇ ਜਾਂ ਕਰਵਾਉਣੇ ਸਤਿਗੁਰਾਂ ਨੇ ਸਭ ਫੋਕਟ ਨਿਸ਼ਚੋ ਕਰਮ ਫਰਮਾਨ ਕੀਤੇ ਹਨ। ਮਹਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗੁਲ ਸਮਾਦੰ मुख झूठ बेभूखण सारंग त्रैपाल तिहाल विचारंग गल माला तिलक ललाटंग दोय धोती वस्त्र कपाटंग जे जानस ब्रह्मं कर्मं सब फोकट निश्चो कर्मं कहो नानक निश्चो ध्यावै विण सतगुर वाट न पावे। पन्ना 470। ख्याल रहे कि जे खालसा जी का आचरण भी विखावे वाला बन गया है ਤਾਂ ਉਸ ਦੇ 5 ਕਕਾਰਾਂ ਬਾਰੇ ਵੀ ਸਤਿਗੁਰਾਂ ਦਾ ਉਹੀ ਬਚਨ ਹੈ ਜਿਹੜਾ ਬ੍ਰਾਹਮਣ ਹੀ ਹੋਇਆ ਸੀ। ਗਲ ਮਾਲਾ ਤਿਲਕ ਲਿਲਾਟੰ ਦੋਏ ਧੋਤੀ ਬਸਤਰ ਕਪਾਟੰ। ਬ੍ਰਾਹਮਣ ਦੇ ਤਿਲਕ ਧੋਤੀ ਜਨੇਊ ਆਦਿ ਅਜਿਹੇ ਸੰਦ ਹਨ ਜਿਨ੍ਹਾਂ ਦੀ ਵਰਤੋਂ ਨਾਲ ਜਜਮਾਨਾਂ ਨੂੰ ਲੁੱਟਦਾ ਹੈ। ਪਰ ਜੇ ਅੱਜ ਅਸੀਂ ਵੀ ਗੁਰਸਿੱਖੀ ਦਾ ਬਾਣਾ ਪਾ ਕੇ ਲੋਕਾਂ ਨਾਲ ਠੱਗੀਆਂ ਮਾਰੀਏ ਤਾਂ ਇਹੀ ਗੁਰੂ ਫਰਮਾਨ ਸਾਡੇ 'ਤੇ ਵੀ ਉਵੇਂ ਹੀ ਲਾਗੂ ਹੈ। ਅਜਿਹੇ ਧਰਮ ਪ੍ਰਚਾਰਕ ਲਈ ਲੋਕ ਕਹਾਵਤ ਹੈ ਸ਼ਕਲ ਮੋਮਨਾ ਕਰਤੂਤ ਕਾਫਰਾਂ। ਕਥਾ ਕੀਰਤਨ ਕਰਨ ਵਾਲਾ ਲੁਟੇਰਾ ਹੈ ਜੇ ਅਖੰਡ ਪਾਠੀ ਠੱਗ ਬੇਜ਼ਬਾਨਾ ਝੂਠਾ ਅਤੇ ਝਗੜਾਲੂ ਹੈ ਤਾਂ ਉਸ ਦਾ ਪਾਠ ਅਤੇ ਨਿਤਨੇਮ ਵੀ ਪੜ੍ਹ ਪੁਸਤਕ ਸੰਧਿਆ ਬਾਦੰ ਹੀ ਹੈ। ਸੱਚੇ ਹਿਰਦੇ ਨਾਲ ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰਨ ਨਾਲ ਪ੍ਰਭੂ ਦੀ ਨੇੜਤਾ ਦੀ ਪ੍ਰਾਪਤੀ ਹੈ। ਵਿਖਾਵੇ ਵਾਲੇ ਸਾਰੇ ਕਥਿਤ ਧਰਮ ਕਰਮ ਫੋਕਟ ਹਨ। ਨਾਨਕ ਨਾਉ ਖੁਦਾਏ ਕਾ ਦਿਲ ਹੱਛੇ ਮੁਖ ਲੇ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ। ਪੰਨਾ 140। ਅਰਥ ਗੁਰੂ ਨਾਨਕ ਜੀ ਦਾ ਫਰਮਾਨ ਹੈ ਕਿ ਰੱਬ ਦਾ ਨਾਮ ਮੂੰਹੋਂ ਸਾਫ਼ ਦਿਲ ਨਾਲ ਲੈ। ਇਸ ਤੋਂ ਬਿਨਾਂ ਹੋਰ ਧਰਮ ਕਰਮ ਦੁਨੀਆ ਵਾਲੇ ਵਿਖਾਵੇ ਦਿਵਾਜੇ ਹੀ ਹਨ। ਅਸਲ ਵਿੱਚ ਇਹ ਸਾਰਾ ਝੂਠ ਦਾ ਪਸਾਰਾ ਹੀ ਹੁੰਦਾ ਹੈ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਕਈ ਸਾਲਾਂ ਤੋਂ ਗੁਰਦੁਆਰੇ ਦੀ ਸੇਵਾ ਕਰਦੇ ਆ ਰਹੇ ਹਨ। ਭਾਵੇਂ ਹਰ ਸਾਲ ਹੀ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਂਦੇ ਸਨ, ਪਰ ਐਤਕੀ ਤਾਂ ਉਹਨਾਂ ਨੇ ਮਹਾਰਾਜ ਨੂੰ ਆਪਣੇ ਘਰ ਲੈ ਜਾ ਕੇ 5 ਅਖੰਡ ਪਾਠਾਂ ਦੀ ਇੱਕਸਾਰ ਲੜੀ ਚਲਾਈ ਰੱਖੀ। ਸਾਕਾਂ ਸੰਬੰਧੀਆਂ ਨੂੰ ਯਾਰਾਂ ਮਿੱਤਰਾਂ ਅਤੇ ਬਰਾਦਰੀ ਦੇ ਸੈਂਕੜੇ ਹਜ਼ਾਰਾਂ ਜੀਆਂ ਨੂੰ ਭੋਗ 'ਤੇ ਬੁਲਾ ਕੇ ਕਈ ਤਰ੍ਹਾਂ ਦੇ ਭੋਜਨਾਂ ਵਾਲਾ ਲੰਗਰ ਛਕਾਇਆ। ਲੋੜ ਅਨੁਸਾਰ 5 ਰਤਨੀ ਨਾਲ ਕਈਆਂ ਦਾ ਮੂੰਹ ਕੌੜਾ ਵੀ ਕਰਵਾਇਆ। ਪਾਠੀਆਂ ਪ੍ਰਚਾਰਕਾਂ ਰਾਗੀਆਂ ਆਦਿ ਦੀ ਸੇਵਾ ਕਰਨ ਵਿੱਚ ਵੀ ਕੋਈ ਕਸਰ ਨਾ ਰੱਖੀ। ਹਰ ਪਾਸਿਓਂ ਵਾਹ ਵਾਹ ਸੁਣੀ। ਖੁਸ਼ੀ ਵਿੱਚ ਫੁੱਲੇ ਫਿਰਦੇ ਇਸ ਧਰਮੀ ਪ੍ਰਧਾਨ ਜੀ ਦੀ ਜ਼ਮੀਨ 'ਤੇ ਅੱਡੀ ਨਹੀਂ ਟਿਕਦੀ। ਮੁਫਤ ਖੋਰੇ ਇਉਂ ਕਹਿ ਰਹੇ ਹੁੰਦੇ ਹਨ ਸਾਡੇ ਪਿੰਡ ਵਿੱਚ ਏਡਾ ਸਮਾਗਮ ਕਿਸੇ ਨੇ ਅੱਜ ਤਾਈਂ ਨਹੀਂ ਕੀਤਾ। ਜਦ ਭਾਈ ਜੀ ਨੇ ਅਰਦਾਸ ਵਿੱਚ ਕਿਹਾ ਕਿ ਸਤਿਗੁਰੂ ਜੀ ਆਪ ਜੀ ਦੇ ਨਿਮਾਣੇ ਸੇਵਕ ਨੇ $10,000 ਗੁਰੂ ਘਰ ਦੀ ਸੇਵਾ ਲਈ ਅਰਦਾਸ ਕਰਾਇਆ ਹੈ ਤਾਂ ਕਿੱਡੇ ਜੋਸ਼ ਨਾਲ ਸੰਗਤਾਂ ਨੇ ਗੱਜ ਵੱਜ ਕੇ 5 ਜੈਕਾਰੇ ਬੁਲਾਏ ਸਨ। ਵਿਚਾਰੇ ਪ੍ਰਧਾਨ ਜੀ ਦੀ ਮੰਗ ਕੇਵਲ ਇੱਕ ਕਾਕੇ ਦੀ ਹੈ। ਭਾਈ ਦੱਸਦਾ ਸੀ ਕਿ ਗੁਰੂ ਦਾ ਵਾਕ ਹੁਕਮਨਾਮਾ ਵੀ ਬੜਾ ਵਧੀਆ ਆਇਆ ਸੀ। ਸਤਿਗੁਰਾਂ ਦੇ ਘਰ ਕਿਹੜੀ ਘਾਟ ਹੈ। ਐਸ ਵਾਰੀ ਤਾਂ ਸਤਿਗੁਰੂ ਇਸ ਦੀ ਸੇਵਾ 'ਤੇ ਬੜੇ ਖੁਸ਼ ਹੋਏ ਹਨ। ਜ਼ਰੂਰ ਪੁੱਤਰ ਦੀ ਦਾਤ ਬਖਸ਼ਣਗੇ। ਵੇਖਿਓ ਮੁੰਡੇ ਦੇ ਜਨਮ 'ਤੇ ਸਾਡਾ ਪ੍ਰਧਾਨ ਕੀ ਕੁਝ ਕਰਦਾ ਹੈ। ਝੋਲੀ ਚੁੱਕਾਂ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮਨ ਵਿੱਚ ਹੰਕਾਰ ਜਾਗਦਾ ਹੈ ਕਿ ਮੈਂ ਬੜਾ ਪੁੰਨ ਦਾ ਕੰਮ ਕੀਤਾ ਹੈ। ਹੁਣ ਤਾਂ ਸਤਿਗੁਰਾਂ ਜ਼ਰੂਰ ਮੇਰੀ ਆਸ ਪੂਰੀ ਕਰ ਹੀ ਦੇਣੀ ਹੈ। ਹਰ ਪਾਸੇ ਵਾਹ ਵਾਹ ਹੋ ਰਹੀ ਹੈ। ਇਹ ਸਾਰਾ ਮੇਰੀ ਸੇਵਾ ਦਾ ਫਲ ਹੈ। ਪਰ ਗੁਰੂ ਜੀ ਦਾ ਫਰਮਾਨ ਇਉਂ ਹੈ ਰੇ ਮਨ ਬਿਨ ਹਰ ਜਹ ਰਚੋ ਤਹ ਤਹ ਬੰਧਨ ਪਾਹੇ।
ਜਿਹ ਬਿਦ ਕਤੂ ਨ ਛੂਟੀਐ, ਸਾਕਤ ਤੇਊ ਕਮਾਹੇ। ਹਉ ਹਉ ਕਰਤੇ ਕਰਮ ਰਤ, ਤਾਕੋ ਭਾਰ ਅਫਾਰ। ਪ੍ਰੀਤ ਨਹੀਂ ਜੋ ਨਾਮ ਸਿਉ, ਤਉ ਏਊ ਕਰਮ ਬੇਕਾਰ। ਬਾਧੇ ਜਮ ਕੀ ਜੇਵਰੀ, ਮੀਠੀ ਮਾਇਆ ਰੰਗ। ਭ੍ਰਮ ਕੇ ਮੋਹਿ ਨਹ ਬੁਝੈ, ਸੋ ਪ੍ਰਭ ਸਦ ਹੂੰ ਸੰਗ। ਲੇਖੇ ਗਣਤ ਨ ਛੂਟੀਐ, ਕਾਚੀ ਭੀਤ ਨ ਸ਼ੁੱਧ। ਜਿਸੇ ਬੁਝਾਏ ਨਾਨਕਾ, ਤਿਹ ਗੁਰਮੁਖ ਨਿਰਮਲ ਬੁੱਧ। ਪੰਨਾ 252। ਅਰਥ, ਹੇ ਮੇਰੇ ਮਨ, ਪ੍ਰਭੂ ਤੋਂ ਬਿਨਾਂ ਹੋਰ ਜਿੱਥੇ ਜਿੱਥੇ ਪ੍ਰੇਮ ਪਾਏਗਾ, ਉਥੇ ਉਥੇ ਮਾਇਆ ਦੇ ਬੰਧਨ ਪੈਣਗੇ। ਹਰੀ ਤੋਂ ਵਿਛੜੇ ਬੰਦੇ ਉਹੀ ਕੰਮ ਕਰਦੇ ਹਨ ਜਿਨ੍ਹਾਂ ਨਾਲ ਕਿਤੇ ਵੀ ਇਹਨਾਂ ਬੰਧਨਾਂ ਤੋਂ ਖਲਾਸੀ ਨਾ ਹੋ ਸਕੇ। ਤੀਰਥ ਦਾਨ ਵਿਧੀਆਂ ਵਾਲੇ ਪਾਠ ਆਦਿਕ ਕਰਮਾਂ ਦੇ ਪ੍ਰੇਮ ਇਹ ਕਰਮ ਕਰਕੇ ਇਹਨਾਂ ਦੇ ਕੀਤੇ ਦਾ ਮਾਣ ਕਰਦੇ ਫਿਰਦੇ ਹਨ। ਇਸ ਹਉਮੈ ਦਾ ਭਾਰ ਵੀ ਅਸਹਿ ਹੁੰਦਾ ਹੈ। ਜੇ ਪ੍ਰਭੂ ਦੇ ਨਾਮ ਨਾਲ ਪਿਆਰ ਨਹੀਂ ਬਣਿਆ ਤਾਂ ਇਹ ਕਰਮ ਧਰਮ ਵਿਕਾਰ ਰੂਪ ਹੋ ਜਾਂਦੇ ਹਨ। ਮਿੱਠੀ ਮਾਇਆ ਦੇ ਕੌਤਕਾਂ ਵਿੱਚ ਫਸ ਕੇ ਜੀਵ ਜੰਮ ਦੀ ਫਾਹੀ ਵਿੱਚ ਵੱਜ ਜਾਂਦੇ ਹਨ, ਭਾਵ ਆਤਮਿਕ ਮੌਤ 'ਤੇ ਮਰ ਜਾਂਦੇ ਹਨ। ਸਰੀਰਕ ਮੌਤ ਦੇ ਭੈ ਤੋਂ ਦੁਖੀ ਰਹਿੰਦੇ ਹਨ। ਭਟਕਣਾ ਵਿੱਚ ਫਸੇ ਹੋਇਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਭੂ ਸਦਾ ਸਾਡੇ ਨਾਲ ਹੈ। ਅਸੀਂ ਜੀਵ ਇਤਨੇ ਮਾਇਆਗ੍ਰਸੇ ਹਾਂ ਕਿ ਸਾਡੇ ਕੀਤੇ ਕੁਕਰਮਾਂ ਦਾ ਲੇਖਾ ਕੀਤਿਆਂ ਸਾਡਾ ਛੁਟਕਾਰਾ ਨਹੀਂ ਹੋ ਸਕਦਾ। ਪਾਣੀ ਨਾਲ ਧੋਤਿਆਂ ਗਾਰੇ ਦੀ ਕੰਧ ਦੀ ਸਫਾਈ ਨਹੀਂ ਹੋ ਸਕਦੀ। ਪਾਣੀ ਨਾਲ ਉਹ ਕੱਚੀ ਕੰਧ ਗਾਰਾ ਹੀ ਬਣ ਜਾਂਦੀ ਹੈ। ਇਸੇ ਤਰ੍ਹਾਂ ਵਿਖਾਵੇ ਵਾਲੇ ਧਰਮ ਕਰਮਾਂ ਦਾ ਹੰਕਾਰ ਮਨੁੱਖਾ ਜੀਵਨ ਨੂੰ ਵਿਅਰਥ ਬਣਾ ਦਿੰਦਾ ਹੈ। ਜੇਤੇ ਯਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ। ਕਰਮ ਧਰਮ ਕਰਤੇ ਬਹੁ ਸੰਜਮ, ਆਹ ਬੁੱਧ ਮਨ ਜਾਰਿਓ ਰੇ। ਪੰਨਾ 335। ਅਰਥ, ਪ੍ਰਚਲਿਤ ਧਾਰਮਿਕ ਰਸਮਾਂ ਦੇ ਕਰਨ ਦੇ ਫਰਜ਼ ਅਤੇ ਹੋਰ ਕਈ ਕਿਸਮ ਦੇ ਧਾਰਮਿਕ ਪ੍ਰਣ ਕਰਨ ਨਾਲ ਹਉਮੈ ਮਨੁੱਖ ਦੇ ਮਨ ਨੂੰ ਸਾੜ ਦਿੰਦੀ ਹੈ। ਜਿਹੜੇ ਵੀ ਮਨੁੱਖ ਅਜਿਹੇ ਯਤਨ ਕਰਦੇ ਹਨ, ਉਹ ਸਾਰੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ। ਇਹ ਧਰਮ ਕਰਮ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਾਉਂਦੇ, ਸੰਸਾਰ ਦੇ ਵਿਕਾਰਾਂ ਤੋਂ ਬਚਾ ਨਹੀਂ ਸਕਦੇ। ਮਨਮੁਖ ਮਾਇਆ ਮੋਹ ਹੈ, ਨਾਮ ਨ ਲੱਗੋ ਪਿਆਰ। ਕੂੜ ਕਮਾਵੇ ਕੂੜ ਸੰਗ੍ਰਹਿ, ਕੂੜ ਕਰੇ ਆਹਾਰ। ਬਿਖ ਮਾਇਆ ਧਨ ਸੰਚ ਮਰੈ, ਅੰਤ ਹੋਏ ਸਭ ਛਾਰ। ਕਰਮ ਧਰਮ ਸੁਚ ਸੰਜਮ ਕਰੇ, ਅੰਤਰ ਲੋਭ ਵਿਕਾਰ। ਨਾਨਕ ਜੇ ਮਨ ਮੁਖ ਕਮਾਵੇ, ਸੋ ਥਾਏ ਨਾ ਪਵੈ, ਦਰਗਾ ਹੋਏ ਖੁਆਰ। ਪੰਨਾ 552। ਅਰਥ, ਮਨਮੁਖ ਦਾ ਮਾਇਆ ਵਿੱਚ ਮੋਹ ਹੈ, ਇਸ ਕਰਕੇ ਨਾਮ ਵਿੱਚ ਉਸ ਦਾ ਪਿਆਰ ਨਹੀਂ ਬਣਦਾ। ਉਹ ਮਾਇਆ ਰੂਪ ਕੂੜ ਕਮਾਉਂਦਾ ਹੈ। ਕੂੜ ਭਾਵ ਨਾਸ਼ਵੰਤ ਮਾਇਆ ਰੂਪੀ ਝੂਠ ਇਕੱਠਾ ਕਰਦਾ ਹੈ ਅਤੇ ਇਸ ਝੂਠ ਨੂੰ ਆਪਣੀ ਖੁਰਾਕ ਬਣਾਉਂਦਾ ਹੈ, ਭਾਵ ਜ਼ਿੰਦਗੀ ਦਾ ਆਸਰਾ ਸਮਝਦਾ ਹੈ। ਮਨ ਦੇ ਅਧੀਨ ਹੋਏ ਮਨੁੱਖ ਵਿਹ ਰੂਪੀ ਮਾਇਆ ਧਨ ਨੂੰ ਇਕੱਠਾ ਕਰਕੇ ਖਪਦੇ ਮਰਦੇ ਹਨ ਅਤੇ ਸਾਰਾ ਧਨ ਅਖੀਰ ਸੁਆਹ ਹੋ ਜਾਂਦਾ ਹੈ, ਭਾਵ ਸੁਆਹ ਵਾਂਗ ਵਿਅਰਥ ਹੋ ਜਾਂਦਾ ਹੈ। ਉਹ ਆਪਣੇ ਵੱਲੋਂ ਆਤਮਿਕ ਕੰਮ ਅਰਥਾਤ ਕਈ ਪ੍ਰਕਾਰ ਦੇ ਧਰਮ ਕਰਮ ਵੀ ਕਰਦੇ ਹਨ, ਪਰ ਇਹਨਾਂ ਵਿਖਾਵੇ ਵਾਲੇ ਧਰਮ ਕਰਮਾਂ ਨਾਲ ਮਨ ਵਿੱਚੋਂ ਲੋਭ ਦੂਰ ਨਹੀਂ ਹੁੰਦਾ। ਇਹ ਨਾਨਕ, ਮਨ ਦੇ ਅਧੀਨ ਹੋਇਆ ਮਨੁੱਖ ਜੋ ਕੁਝ ਵੀ ਕਰਦਾ ਹੈ ਉਹ ਕਬੂਲ ਨਹੀਂ ਹੁੰਦਾ ਅਤੇ ਪ੍ਰਭੂ ਦੀ ਹਜ਼ੂਰੀ ਵਿੱਚ ਉਹ ਖੁਆਰ ਹੁੰਦਾ ਹੈ। ਤ੍ਰੈ ਗੁਣ ਧਾਤ ਬਹੁ ਕਰਮ ਕਮਾਵੇ, ਹਰ ਰਸ ਸਾਧ ਨ ਆਇਆ। ਸੰਧਿਆ ਤਰਪਣ ਕਰੇ ਗਾਇਤਰੀ, ਬਿਨ ਬੂਝੇ ਦੁਖ ਪਾਇਆ। ਸਤਿਗੁਰ ਸੇਵੇ ਸੋ ਵਡਭਾਗੀ, ਜਿਸ ਨੂੰ ਆਪ ਮਿਲਾਏ। ਹਰ ਰਸ ਪੀ ਜਨ ਸਦਾ ਤ੍ਰਿਪਤਾਸੇ, ਵਿੱਚੋਂ ਆਪ ਗਵਾਏ। ਇਹ ਜਗ ਅੰਧਾ ਸਭ ਅੰਧ ਕਮਾਵੇ, ਬਿਨ ਗੁਰ ਮਗ ਨ ਪਾਏ। ਨਾਨਕ ਸਤਿਗੁਰ ਮਿਲੇ ਤਾਂ ਅੱਖੀਂ ਵੇਖੈ, ਘਰੇ ਅੰਦਰ ਸੱਚ ਪਾਏ। ਪੰਨਾ 603। ਅਰਥ, ਗੁਰੂ ਤੋਂ ਖੁੰਝੇ ਹੋਏ ਮਨੁੱਖ ਮਾਇਆ ਦੇ 3 ਗੁਣਾਂ ਵਾਲੇ ਪ੍ਰਭਾਵ ਵਿੱਚ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ, ਪਰ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਹੁੰਦਾ। ਤਿੰਨੇ ਵੇਲੇ ਸੰਧਿਆ ਪਾਠ ਕਰਦੇ ਹਨ, ਪਿੱਤਰਾਂ ਅਤੇ ਦੇਵਤਿਆਂ ਨੂੰ ਜਲ ਵੀ ਦਿੰਦੇ ਹਨ, ਗਾਇਤਰੀ ਮੰਤਰ ਦਾ ਪਾਠ ਵੀ ਕਰਦੇ ਹਨ, ਪਰ ਆਤਮਿਕ ਜੀਵਨ ਦੀ ਸੂਝ ਤੋਂ ਬਿਨਾਂ ਉਹਨਾਂ ਨੂੰ ਦੁੱਖ ਹੀ ਮਿਲਦਾ ਹੈ। ਉਹ ਮਨੁੱਖ ਭਾਗਾਂ ਵਾਲਾ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਪਰ ਗੁਰੂ ਉਸ ਨੂੰ ਮਿਲਦਾ ਹੈ
ਜਿਸ ਨੂੰ ਪ੍ਰਮਾਤਮਾ ਆਪ ਮਿਲਾਏ। ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਗੁਰੂ ਪਾਸੋਂ ਪ੍ਰਮਾਤਮਾ ਦੇ ਨਾਮ ਦਾ ਰਸ ਪੀ ਕੇ ਰੱਜੇ ਰਹਿੰਦੇ ਹਨ। ਇਹ ਜਗਤ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ। ਅੰਨਿਆਂ ਵਾਲੇ ਹੀ ਕੰਮ ਕਰਦੇ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦਾ। ਇਹ ਨਾਨਕ, ਜੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਮਿਲ ਪੈਣ ਤਾਂ ਪ੍ਰਮਾਤਮਾ ਨੂੰ ਵੇਖਣ ਵਾਲੀ ਨਜ਼ਰ ਮਿਲ ਜਾਂਦੀ ਹੈ ਅਤੇ ਆਪਣੇ ਹਿਰਦੇ ਵਿੱਚ ਹੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲੈਂਦਾ ਹੈ। ਗੁਰੂ ਮਿਲ ਪੈਣ ਦਾ ਅਰਥ ਹੈ ਸਤਿਗੁਰਾਂ ਦੇ ਸ਼ਬਦ ਵਿਚਾਰ ਵਾਲੀ ਸੰਗਤ ਮਿਲ ਜਾਣੀ ਅਤੇ ਸ਼ਬਦ ਗਿਆਨ 'ਤੇ ਚੱਲਣ ਦੀ ਚੇਟਕ ਲੱਗ ਜਾਣੀ। ਗੁਰੂ ਗ੍ਰੰਥ ਸਾਹਿਬ ਦੇ ਅਜਿਹੇ ਦਰਸ਼ਨਾਂ ਨੂੰ ਪ੍ਰਮਾਤਮਾ ਦੀ ਅਪਾਰ ਕਿਰਪਾ ਸਮਝਣਾ ਚਾਹੀਦਾ ਹੈ। ਅਗਿਆਨੀ ਅੰਧਾ ਬਹੁ ਕਰਮ ਅੰਦਰ ਡਾਏ, ਮਨ ਹਠ ਕਰਮ ਫਿਰ ਜੋਨੀ ਪਾਏ। ਵੇਖਿਆ ਕਾਰਨ ਲੱਭ ਲੋਭ ਕਮਾਵੇਂ, ਦੁਰਮਤ ਕਾ ਦੁਰਾਹਾ ਹੈ। ਪੰਨਾ 1055। ਅਰਥ, ਆਤਮਿਕ ਜੀਵਨ ਤੋਂ ਬੇਸਮਝ ਅਤੇ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਹਰ ਨਾਮ ਭੁਲਾ ਕੇ ਅਨੇਕਾਂ ਮਿੱਥੇ ਹੋਏ ਧਾਰਮਿਕ ਕਰਮ ਕਰਨ ਵਿੱਚ ਜ਼ੋਰ ਲਾਉਂਦਾ ਹੈ। ਪਰ ਜਿਹੜਾ ਮਨੁੱਖ ਮਨ ਦੇ ਹੱਠ ਨਾਲ ਅਜਿਹੇ ਕਰਮ ਕਰਦਾ ਹੈ ਉਹ ਮੁੜ ਮੁੜ ਜੂਨਾਂ ਵਿੱਚ ਪੈਂਦਾ ਹੈ। ਇਹ ਭਾਈ, ਜਿਹੜੇ ਮਨੁੱਖ ਮਾਇਆ ਕਮਾਉਣ ਦੀ ਖਾਤਰ ਲੱਭ ਲੋਭ ਨੂੰ ਹੋਰ ਚਮਕਾਉਣ ਵਾਲੇ ਕਰਮ ਕਰਦੇ ਹਨ, ਉਹਨਾਂ ਦੇ ਜੀਵਨ ਸਫ਼ਰ ਵਿੱਚ ਖੋਟੀ ਮੱਤ ਦਾ ਦੁਚਿੱਤਾਪਣ ਆ ਜਾਂਦਾ ਹੈ। ਲੋਭ ਨੂੰ ਚਮਕਾਉਣ ਵਾਲੇ ਧਰਮ ਕਰਮ ਉਹ ਹਨ ਜਿਨ੍ਹਾਂ ਦੇ ਵੱਟੇ ਸੁੱਖਣਾ ਪੂਰੀਆਂ ਹੋ ਜਾਣ ਦਾ ਭਰਮ ਬਣਦਾ ਹੈ। ਜਿਸ ਧਰਮ ਕਰਮ ਨਾਲ ਇੱਕ ਮੰਗ ਪੂਰੀ ਹੋ ਗਈ, ਬਸ ਫਿਰ ਮੁੜ ਮੁੜ ਉਹੀ ਕਰਮ ਕਰਕੇ ਹੋਰ ਲਾਭ ਲੈ ਸਕਣ ਦੀ ਲਾਲਸਾ ਜ਼ੋਰ ਫੜਦੀ ਹੈ। ਉਦਾਹਰਨ ਵਜੋਂ, ਜਦੋਂ ਇਹ ਸੁਣ ਲਿਆ ਕਿ ਅਖੰਡ ਪਾਠ ਕਰਾਉਣ ਨਾਲ ਮਨ ਇੱਛੇ ਕੰਮ ਹੋ ਜਾਂਦੇ ਹਨ ਤੇ ਮਨੁੱਖ ਦੇ ਅੰਦਰ ਲੋਭ ਉਛਾਲੇ ਮਾਰਨ ਲੱਗ ਪੈਂਦਾ ਹੈ ਅਤੇ ਅਖੰਡ ਪਾਠਾਂ ਦੀਆਂ ਲੜੀਆਂ ਲੱਗ ਤੁਰਦੀਆਂ ਹਨ। ਇਸੇ ਤਰ੍ਹਾਂ ਹੀ ਹੋਰ ਧਰਮ ਕਰਮ ਲੋਭ ਨੂੰ ਚਮਕਾਉਂਦੇ ਹਨ। ਬਿਨ ਨਾਵੇਂ ਸਭ ਦੁੱਖ ਸੰਸਾਰਾ, ਬਹੁ ਕਰਮ ਕਮਾਵੇਂ ਵਧੇ ਵਿਕਾਰਾ। ਨਾਮ ਨਾ ਸੇਵੇਂ ਕਿਉਂ ਸੁਖ ਪਾਈਐ, ਬਿਨ ਨਾਵੇਂ ਦੁੱਖ ਪਾਏਂਦਾ। ਪੰਨਾ 1062। ਅਰਥ, ਪ੍ਰਮਾਤਮਾ ਦੇ ਨਾਮ ਤੋਂ ਖੁੰਝਿਆਂ ਜਗਤ ਵਿੱਚ ਹਰ ਪਾਸੇ ਦੁੱਖ ਹੀ ਦੁੱਖ ਹੈ। ਜਿਹੜੇ ਮਨੁੱਖ ਨਾਮ ਨੂੰ ਭੁਲਾ ਕੇ ਧਾਰਮਿਕ ਮਿੱਥੇ ਹੋਏ ਹੋਰ ਅਨੇਕਾਂ ਕਰਮ ਕਰਦੇ ਹਨ, ਉਹਨਾਂ ਦੇ ਅੰਦਰ ਸਗੋਂ ਵਿਕਾਰ ਵੱਧਦੇ ਹਨ। ਹੇ ਭਾਈ, ਜੇ ਮਨੁੱਖ ਨਾਮ ਨਹੀਂ ਸਿਮਰਦੇ ਤਾਂ ਆਤਮਿਕ ਆਨੰਦ ਕਿਵੇਂ ਮਿਲ ਸਕਦਾ ਹੈ? ਨਾਮ ਤੋਂ ਖੁੰਝ ਕੇ ਮਨੁੱਖ ਦੁੱਖ ਹੀ ਸਹੇੜਦਾ ਹੈ। ਅਨਕ ਕਰਮ ਕੀਏ ਬਹੁ ਤੇਰੇ, ਜੋ ਕੀਜੈ ਸੋ ਬੰਧਨ ਪੇਰੇ। ਕਰੁਤਾ ਬੀਜ ਬੀਜੇ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏਂਦਾ। ਪੰਨਾ 1075। ਅਰਥ, ਨਾਮ ਸਿਮਰਨ ਤੋਂ ਬਿਨਾਂ ਤੀਰਥ ਇਸ਼ਨਾਨ ਆਦਿਕ ਭਾਵੇਂ ਅਨੇਕਾਂ ਬਥੇਰੇ ਮਿੱਥੇ ਹੋਏ ਧਾਰਮਿਕ ਕਰਮ ਕੀਤੇ ਜਾਣ, ਜਿਹੜਾ ਵੀ ਅਜਿਹਾ ਕਰਮ ਕੀਤਾ ਜਾਂਦਾ ਹੈ ਉਹ ਇਸ ਜੀਵਨ ਸਫ਼ਰ ਵਿੱਚ ਮਨੁੱਖ ਦੇ ਪੈਰਾਂ ਦੀ ਫਾਹੀ ਬਣਦਾ ਹੈ। ਮਨੁੱਖ ਦੇ ਆਤਮਿਕ ਜੀਵਨ ਵਾਸਤੇ ਹਰ ਨਾਮ ਦੇ ਸਿਮਰਨ ਦੀ ਲੋੜ ਹੈ। ਹੋਰ ਕਰਮ ਇਉਂ ਹੀ ਵਿਅਰਥ ਹਨ ਜਿਵੇਂ ਬੇਬਹਾਰਾ ਬੀਜਿਆ ਹੋਇਆ ਬੀਜ ਉੱਗਦਾ ਨਹੀਂ। ਮਨੁੱਖ ਰਾਸ ਪੂੰਜੀ ਹੀ ਗਵਾ ਲੈਂਦਾ ਹੈ, ਖੱਟੀ ਕੀ ਕਰਨੀ ਸੀ। ਜਿਨੀ ਨਾਮ ਵਿਸਾਰਿਆ, ਬਹੁ ਕਰਮ ਕਮਾਵੇਂ ਹੋਰ। ਨਾਨਕ ਜਮ ਪੁਰ ਬੱਧੇ ਮਾਰੀਆਂ, ਜਿਉਂ ਸੰਨੀ ਉੱਪਰ ਚੋਰ। ਪੰਨਾ 1247। ਅਰਥ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ ਅਤੇ ਹੋਰ ਕਈ ਤਰ੍ਹਾਂ ਦੇ ਮਿੱਥੇ ਹੋਏ ਪ੍ਰਚਲਿਤ ਧਾਰਮਿਕ ਕਰਮ ਕਰਦੇ ਹਨ, ਇਹ ਨਾਨਕ, ਉਹ ਮਨੁੱਖ ਜਮਰਾਜ ਦੇ ਸਾਹਮਣੇ ਬੱਝੇ ਹੋਏ ਇਉਂ ਮਾਰ ਖਾਂਦੇ ਹਨ ਜਿਵੇਂ ਸਨ ਉੱਤੋਂ ਫੜੇ ਹੋਏ ਚੋਰ। ਇੰਦਰ ਇੰਦਰਾਸਨ ਬੈਠੇ, ਜਮ ਕਾ ਭਉ ਪਾਵੇਂ। ਜਮ ਨਾ ਛੋਡੇ, ਬਹੁ ਕਰਮ ਕਮਾਵੇਂ। ਸਤਿਗੁਰ ਭੇਟੇ ਤਾਂ ਮੁਕਤ ਪਾਈਐ, ਹਰ ਹਰ ਰਸਨਾ ਪੀਜੈ ਹੈ। ਪੰਨਾ 1049। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਤੀਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪੰਜਵੇਂ ਕਾਂਡ ਦਾ 6ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।